today our topic is benefits of e-business. Yesterday we have done the difference between the traditional business and e-business. Today we will study about the benefits of e-business. First benefit is ease of formation. ਜਿੱਦਾਂ ਕਿ ਆਪਾਂ ਕੋਲ ਡਿਫਰੈਂਸ ਵਿੱਚ ਪਹਿਲਾ ਡਿਫਰੈਂਸ ਇਹ ਸੀਗਾ ਕਿ ਫਾਰਮੇਸ਼ਨ ਜਿਹੜੀ ਆ ਈਜ਼ੀ, ਇਟ ਮੀਨਸ ਦ ਪ੍ਰੋਸੈਸ ਇਜ਼ ਵੈਰੀ ਈਜ਼ੀ ਡਿਊ ਟੂ ਦੀ ਲੈਸ ਲੀਗਲ ਫਾਰਮੈਲਿਟੀਜ਼ ਬਹੁਤ ਘੱਟ ਹੁੰਦੀਆਂ ਆ। ਐਂਡ ਸੈਕਿੰਡ ਥਿੰਗ ਜਿਹੜੇ ਦੇ ਵਿੱਚ ਖਰਚਾ ਆ ਦੈਟ ਇਜ਼ ਆਲਸੋ ਚੀਪ, ज़्यादा एक्सपेंसिव नहीं है। सेकेंड बेनिफिट इज़ द कन्वीनियंस मीनस ईजी एंड 24/7 जी फैसिलिटी यदि तुहानू अवेलेबल होंगी है। इट मीनस तुसी किसी भी टाइम जो अपने बिजनेस नू कैरी आउट कर सकते हो। इंटरनेट ऑफर्स द कन्वीनियंस ऑफ 24 आवर बिजनेस। थर्ड बेनिफिट इज़ स्पीड। इंटरनेट अलाउज फास्टर सर्विसेज। इट मीनस जिदा तुसी हुण बिजनेस कंडक्ट करते हो, कोई भी एक्टिविटी है ट्रेडिशनल बिजनेस दे विच टाइम लगता है, बट ई बिजनेस के ट्रांजैक्शन जी एट अ वेरी फास्ट स्पीड जी कंडक्ट होंदियां आ। नैक्सट इज़ द ग्लोबल रीच। इट प्रोवाइड्स अ बाउंड्री लैस मार्केट। इट मीनस तुसी ऑल ओवर द इंडिया और अपनी जियोग्राफिकल लिमिट तो आउटसाइड भी जो अपना बिजनेस कंडक्ट कर सकते हो। नैक्सट इज़ द मूवमेंट टूवर्ड्स पेपरलैस सोसाइटी। पेपरलैस सोसाइटी का मतलब कि कोई भी तुहाडी ट्रांजैक्शन ने रिकॉर्ड ने तुहानू पेपर या किसी रजिस्टर में मेनटेन करने की ज़रूरत नहीं है। ਜਿਹੜਾ ਵੀ ਡਾਟਾ ਤੁਹਾਡਾ ਆਨਲਾਈਨ ਜਿਹੜਾ ਆ ਆਪਣੇ ਸਿਸਟਮ ਦੇ ਵਿੱਚ ਜਾਂ ਜੋ ਵੀ ਤੁਸੀਂ ਕੰਪਿਊਟਰ ਲੈਪਟਾਪ ਜੋ ਵੀ ਯੂਜ਼ ਕਰ ਰਹੇ ਹੋ ਉਹਦੇ ਵਿੱਚ ਤੁਹਾਡਾ ਉਹ ਸੇਵ ਹੋ ਜਾਂਦਾ ਆ। ਨੈਕਸਟ ਇਜ਼ ਦੀ ਲਿਮਿਟੇਸ਼ਨਸ। ਹੁਣ ਲਿਮਿਟੇਸ਼ਨਸ ਕੀ ਨੇ ਈ ਬਿਜ਼ਨਸ ਦੀਆਂ? ਦ ਫਰਸਟ ਇਜ਼ ਲੋ ਪਰਸਨਲ ਟੱਚ। ਦੇਰ ਇਜ਼ ਨੋ ਫੇਸ ਟੂ ਫੇਸ ਕੰਟੈਕਟ ਬਿਟਵੀਨ ਦ ਸੈਲਰ ਐਂਡ ਦੀ ਬਾਇਰ। ਸੈਲਰ ਅਤੇ ਬਾਇਰ ਦੇ ਵਿੱਚ ਆਪਸ ਦੇ ਵਿੱਚ ਫੇਸ ਟੂ ਫੇਸ ਕੰਟੈਕਟ ਨਹੀਂ ਹੁੰਦਾ, ਬਿਕੋਜ਼ ਜਿਹੜੀ ਵੀ ਟ੍ਰਾਂਜੈਕਸ਼ਨ ਨੇ ਤੁਸੀਂ ਆਨਲਾਈਨ ਕਰ ਰਹੇ ਹੋ। ਨੈਕਸਟ ਇਜ਼ ਦੀ ਇਨਕੌਨਗਰੈਂਸ ਬਿਟਵੀਨ ਆਰਡਰ ਐਂਡ ਸਪਲਾਈ। ऑर्डर टेकिंग इज़ वेरी फास्ट बट द डिलीवरी ऑफ द प्रोडक्ट टेक्स टाइम। कई बार की होंदा है कि तुसी अपना कोई प्रोडक्ट वगैरह ऑर्डर करते हो एज अ कस्टमर, तो ऑर्डर बहुत जल्दी ही प्लेस हो जाता है, बट जो डिलीवरी का टाइम होंदा है इट टेक्स द टाइम। नैक्सट इज़ नीड फॉर टैक्नोलॉजी। टू एसेस ई बिजनेस इट रिक्वायर्स फेमिलियरिटी विद कंप्यूटर एंड इंटरनेट, बट इट इज़ नॉट एसेसिबल फॉर ऑल पीपल बिकॉज ऑफ डिजिटल डिवाइड। ਜਿੱਦਾਂ ਆਪਾਂ ਟੈਕਨੀਕਲ ਪਰਸਨ ਦੀ ਗੱਲ ਕਰ ਰਹੇ ਸੀਗੇ ਕਿ ਸਕਿਲਡ ਪਰਸਨਸ ਚਾਹੀਦੇ ਹੁੰਦੇ ਇਹਦੇ ਵਿੱਚ ਜਿਨ੍ਹਾਂ ਨੂੰ ਪੂਰੀ ਵੈਲ ਨੌਲੇਜ ਹੋਵੇ ਅਬਾਊਟ ਦਾ ਇੰਟਰਨੈਟ ਐਂਡ ਦੀ ਕੰਪਿਊਟਰ, ਹਾਊ ਟੂ ਹੈਂਡਲ ਇਟ। ਸੋ ਇਹਦੇ ਵਿੱਚ ਕੀ ਇੱਕ ਫੈਮਿਲਿਟੀ ਹੋਣੀ ਚਾਹੀਦੀ। ਇਟ ਮੀਨਸ ਕੰਪਿਊਟਰ ਇੰਟਰਨੈਟ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਤੁਸੀਂ ਫੈਮਿਲੀਅਰ ਹੋਣੇ ਚਾਹੀਦੇ ਹੋ ਤਾਂ ਕਿ ਤੁਹਾਡੀ ਜਿਹੜੀਆਂ ਵੀ ਟ੍ਰਾਂਜੈਕਸ਼ਨਸ ਕਰ ਰਹੇ ਹੋ ਤੁਸੀਂ ਸਾਰੀ ਅਸੈਸਿਬਲ ਕਰ ਸਕੋ। ਨੈਕਸਟ ਇਜ਼ ਦੀ ਹਾਈ ਰਿਸਕ। Impersonation, leakage of confidential information such as the credit card details, passwords, etc. are the reasons for the high risk. Obviously ਸਾਡੀ ਕੋਈ ਵੀ ਬਿਜ਼ਨਸ ਕੋਈ ਵੀ ਤੁਸੀਂ ਐਕਟੀਵਿਟੀ ਕਰਦੇ ਹੋ ਹਰ ਇੱਕ ਦੇ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਹੁੰਦੇ ਆ, ਅਤੇ ਇਹਦੇ ਵਿੱਚ ਵੀ ਹੁਣ ਰਿਸਕ ਜਿਹੜਾ ਆ ਹਾਈ ਹੁੰਦਾ ਆ ਕਿਉਂਕਿ ਤੁਸੀਂ ਆਪਣੇ ਕੌਨਫੀਡੈਂਸ਼ੀਅਲ ਡਿਟੇਲਸ ਜਿਹੜੀਆਂ ਆ ਉਹ ਸ਼ੇਅਰ ਕਰਦੇ ਹੋ। People resistance. Adjustment with the new technology creates stress and sense of insecurity to the employees. ਜਦੋਂ ਕੋਈ ਵੀ ਬਰਡਨ ਕਿਸੇ ਪਰਸਨ 'ਤੇ ਆਪਾਂ ਪਾਉਂਦੇ ਹਾਂ ਕੋਈ ਐਕਸਟਰਾ ਜਿਹੜਾ ਕਿ ਕਿਸੇ ਨੂੰ ਜਿੱਦਾਂ ਹੁਣ ਤੁਸੀਂ ਆਨਲਾਈਨ ਸਟੱਡੀ ਕਰ ਰਹੇ ਹੋ, ਸਟਾਰਟਿੰਗ ਵਿੱਚ ਤੁਹਾਨੂੰ ਵੀ ਕਈ ਤਰ੍ਹਾਂ ਦੀ ਪ੍ਰੋਬਲਮਸ ਫੇਸ ਕਰਨੀ ਪੈਣੀਆਂ, ਫੇਸ ਕੀਤੀਆਂ ਹੋਣਗੀਆਂ ਤੁਸੀਂ। ਸੋ ਐਡਜਸਟਮੈਂਟ ਜਿਹੜਾ ਆ ਅਗਰ ਉਹ ਕਿ ਕੋਈ ਵੀ ਪਰਸਨ ਐਡਜਸਟਮੈਂਟ ਕਰਦਾ ਆ ਅਤੇ ਉਹਦੇ ਕਰਕੇ ਉਹਨੂੰ ਕੀ ਹੈ ਸਟਰੈਸ ਵਗੈਰਾ ਹੋ ਜਾਂਦਾ ਆ ਜਾਂ ਫਿਰ ਇਨਸਿਕਿਓਰ ਫੀਲ ਕਰਦਾ ਆ। Ethical fallouts. Information exchange through internet may be stolen or misused by dishonest people for illegal activities. ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਇੰਟਰਨੈਟ 'ਤੇ ਸ਼ੇਅਰ ਕਰ ਰਹੇ ਹੋ ਜਾਂ ਤਾਂ ਉਹ ਹੈਕ ਹੋ ਸਕਦੀ ਹੈ ਜਾਂ ਫਿਰ ਉਹ ਕੋਈ ਵੀ ਪਰਸਨ ਜਿਹੜਾ ਹੈ ਉਹਨੂੰ ਮਿਸਯੂਜ਼ ਕਰ ਸਕਦਾ ਫॉर ਦੀ ਇਲੀਗਲ ਐਕਟੀਵਿਟੀਜ਼। ਸੋ ਆਲ ਓਵਰ ਦੇਖਿਆ ਜਾਏ ਤਾਂ ਇਹਦੇ ਵਿੱਚ ਐਡਵਾਂਟੇਜਸ ਵੀ ਨੇ ਐਂਡ ਡਿਸਐਡਵਾਂਟੇਜਸ ਵੀ ਨੇ। ਨੈਕਸਟ ਜਿਹੜਾ ਆਨਲਾਈਨ ਟ੍ਰਾਂਜੈਕਸ਼ਨਸ ਟੋਪਿਕ ਆ ਦੈਟ ਵਿਲ ਬੀ ਕੰਟੀਨਿਊਡ ਇਨ ਦੀ next lecture.